ਸਾਹਿਬ ਜੀ। ਅਗਮ ਅਗਾਧ ਪਾਰ ਬ੍ਰਹਮ ਸੋਇ, ਜੋ ਜੋ ਕਹੈ ਸੋ ਮੁਕਤਾ ਹੋਇ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਤਿਨਾਂ ਦੇ ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ, ਆਓ ਕੁਝ ਕਹਿਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਬਖਸ਼ਿਸ਼ ਫਤਿਹ ਸਾਂਝੀ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੇ ਦੀਵਾਨ ਚੱਲ ਰਹੇ ਹਨ। ਵੱਖ-ਵੱਖ ਜਥਿਆਂ ਦੇ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੀ ਸਿਫਤੋ ਸਲਾਹ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਹੈ। ਸਾਡੇ ਸਿੱਖ ਧਰਮ ਦੇ ਅੰਦਰ ਇੱਕ ਬੜੇ ਹੀ ਪਿਆਰੇ ਵਿਦਵਾਨ ਹੋਏ ਹਨ, ਪ੍ਰਿੰਸੀਪਲ ਸਤਬੀਰ ਸਿੰਘ ਜੀ। ਉਹਨਾਂ ਨੇ ਸਾਧ ਸੰਗਤ ਜੀ ਇੱਕ ਪੁਸਤਕ ਲਿਖੀ, ਪੁਰਾਤਨ ਇਤਿਹਾਸਿਕ ਜੀਵਨੀਆਂ। ਉਸ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਦੀ ਸਿਫਤੋ ਸਲਾਹ ਕਰਦਿਆਂ ਹੋਇਆਂ, ਵਡਿਆਈ ਕਰਦਿਆਂ ਹੋਇਆਂ, ਉਹ ਬੜੇ ਹੀ ਪਿਆਰੇ ਬਚਨ ਬਾਬਾ ਬੁੱਢਾ ਸਾਹਿਬ ਜੀ ਵਾਸਤੇ ਕਰਦੇ ਹਨ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਉਹ ਸਿੱਖੀ ਦੇ ਕੁਤਬੀ ਸਿਤਾਰੇ ਹਨ। ਕੁਤਬੀ ਸਿਤਾਰਾ ਕੀ ਹੁੰਦਾ ਹੈ? ਅਸੀਂ ਆਮ ਆਪਣੀ ਭਾਸ਼ਾ ਦੇ ਅੰਦਰ ਇੱਕ ਤਾਰਾ, ਜਿਹੜਾ ਆਸਮਾਨ 'ਚ ਜਿਹੜੇ ਤਾਰੇ ਜਗਦੇ ਹਨ, ਉਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਜ਼ਿਆਦਾ ਜਗਦਾ ਹੋਇਆ ਤਾਰਾ, ਅਸੀਂ ਉਹਨੂੰ ਨਾਮ ਦਿੱਤਾ ਹੈ ਕਿ ਇਹ ਧਰੂ ਤਾਰਾ ਹੈ। ਇੰਗਲਿਸ਼ ਦੇ ਵਿੱਚ ਉਸ ਨੂੰ ਕਹਿੰਦੇ ਹਨ ਪੋਲਰ ਸਟਾਰ। ਤੇ ਪੁਰਾਣੇ ਵੇਲਿਆਂ ਦੇ ਅੰਦਰ ਸਾਧ ਸੰਗਤ, ਜਦੋਂ ਆ GPS, ਕੰਪਾਸ, ਨੈਵੀਗੇਸ਼ਨ ਦੀ ਟੈਕਨੋਲੋਜੀ ਨਹੀਂ ਹੁੰਦੀ ਸੀ, ਤਾਂ ਜਿਹੜੇ ਸਮੁੰਦਰੀ ਬੇੜੇ ਸਮੁੰਦਰ ਦੇ ਅੰਦਰ ਚੱਲਦੇ ਸਨ, ਉਹ ਆਪਣੇ ਰਾਹਾਂ ਦਾ ਅੰਦਾਜ਼ਾ ਤਾਰਿਆਂ ਦੀ ਸੇਧ ਲੈ ਕੇ ਲਗਾਉਂਦੇ ਸਨ। ਅਸੀਂ ਇਤਿਹਾਸ ਦੇ ਅੰਦਰ ਵੀ ਪੜ੍ਹਦੇ ਹਾਂ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ 3 ਗੁਰੂ ਕੇ ਲਾਲ ਹੋਰ ਉਹ ਚਮਕੌਰ ਦੀ ਗੜੀ ਰਾਤ ਨੂੰ ਜਦੋਂ ਨਾ ਛੱਡੀ ਹੈ, ਇਹ ਵੱਖ-ਵੱਖ ਤੁਰੇ ਹਨ। ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿ ਤਾਰਿਆਂ ਦੀ ਸੇਧ ਦੇ ਨਾਲ ਤੁਰਾਂਗੇ ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਜਾ ਕੇ ਇਕੱਠੇ ਹੋਵਾਂਗੇ। ਤਾਰਿਆਂ ਦੀ ਸੇਧ ਲਈ ਜਾਂਦੀ ਸੀ ਪੁਰਾਣੇ ਵੇਲਿਆਂ ਦੇ ਅੰਦਰ। ਤੇ ਜਿਹੜੇ ਸਮੁੰਦਰੀ ਬੇੜੇ ਹੁੰਦੇ ਸਨ, ਉਹ ਇਸ ਧਰੂ ਤਾਰੇ ਦੀ ਸੇਧ ਲੈਂਦੇ ਸਨ, ਕੁਤਬੀ ਤਾਰੇ ਦੀ ਸੇਧ ਲੈਂਦੇ ਸਨ। ਤੇ ਫਿਰ ਉਹ ਕਦੀ ਵੀ ਸਮੁੰਦਰ ਦੇ ਵਾਵ ਰੋਲਿਆਂ ਦੇ ਵਿੱਚ ਡੋਲਦੇ ਨਹੀਂ ਸਨ, ਉਹ ਰਾਹੋਂ ਭਟਕਦੇ ਨਹੀਂ ਸਨ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਕਿਉਂ ਆਖਿਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਕੁਤਬੀ ਸਿਤਾਰਾ ਜਾਂ ਧਰੂ ਤਾਰਾ ਸਿੱਖੀ ਦਾ? ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ ਸਾਧ ਸੰਗਤ, ਜਦੋਂ ਵੀ ਕਦੇ ਸਿੱਖ ਕੌਮ ਦੇ ਉੱਪਰ ਕਿਤੇ ਐਸਾ ਸਮਾਂ ਆਇਆ ਕਿ ਜਦੋਂ ਇੱਦਾਂ ਮਹਿਸੂਸ ਹੋਇਆ ਕਿ ਕੌਮ ਜਿਹੜੀ ਆ ਉਹਨੂੰ ਅੱਗੇ ਕੋਈ ਰਾਹ ਨਹੀਂ ਦਿਖ ਰਿਹਾ, ਤੇ ਕੌਮ ਨੇ ਹਮੇਸ਼ਾ ਹੀ ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਿਆ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਹਯਾਤੀ ਦੇ ਅੰਦਰ ਹਮੇਸ਼ਾ ਹੀ ਬੜੀ ਹੀ ਯੋਗ ਅਗਵਾਈ ਜਿਹੜੀ ਉਹ ਕੌਮ ਦੀ ਕੀਤੀ, ਗੁਰਸਿੱਖਾਂ ਦੀ ਕੀਤੀ ਹੈ। ਤਾਂ ਹੀ ਕਰਕੇ
ਜਿੰਨਾ ਚਿਰ ਆਪਣੇ ਜੀਵਨ ਦੀ ਯਾਤਰਾ ਗੁਜ਼ਾਰੀ ਹੈ, 125 ਸਾਲ ਦੀ ਉਮਰ ਹੈ। ਸਨ 1506 ਦਾ ਜਨਮ ਕੱਥੂ ਨੰਗਲ ਦੀ ਪਾਵਨ ਧਰਤੀ ਦਾ। ਸਨ 1631 ਈਸਵੀ ਦੇ ਅੰਦਰ ਆਪਣੇ ਅੰਤਲੇ ਸਵਾਸ ਲਏ ਹਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਅੰਦਰ। ਇਸੇ ਹੀ ਪਾਵਨ ਧਰਤੀ ਤੇ ਜਿੱਥੇ ਦਰਸ਼ਨ ਕਰਦੇ ਆ ਸ਼ਹਿਰ ਦੇ ਅੰਦਰ ਗੁਰਦੁਆਰਾ ਤਪ ਅਸਥਾਨ ਜੋ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। ਸੋ 125 ਸਾਲ ਦੀ ਜੀਵਨ ਯਾਤਰਾ ਦੇ ਅੰਦਰ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਜਿੰਨਾ ਵੀ ਸਮਾਂ ਗੁਰੂ ਘਰ ਦੇ ਅੰਦਰ ਗੁਜ਼ਾਰਿਆ ਹੈ, 113 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਅੰਦਰ ਰਹਿ ਕੇ ਸਿੱਖੀ ਦੀ ਕਮਾਈ ਕੀਤੀ ਹੈ। 8 ਗੁਰੂ ਪਾਤਸ਼ਾਹੀਆਂ ਦੇ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਦਰਸ਼ਨ ਦਿਦਾਰੇ ਕੀਤੇ। ਸਿਰਫ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਦੇ ਦਰਸ਼ਨ ਦਿਦਾਰੇ ਅੱਖਾਂ ਦੇ ਨਾਲ ਨਹੀਂ, 8 ਪਾਤਸ਼ਾਹੀਆਂ ਦੇ ਦਰਸ਼ਨ ਦਿਦਾਰੇ ਕੀਤੇ। 5 ਪਾਤਸ਼ਾਹੀਆਂ ਨੂੰ ਆਪਣੇ ਹੱਥੀਂ ਗੁਰਿਆਈ ਦੀ ਦਾਤ ਦੇਣ ਸਮੇਂ ਗੁਰਿਆਈ ਦੀ ਰਸਮ ਨੂੰ ਨਿਭਾਇਆ ਹੈ। ਤੇ ਸਾਧ ਸੰਗਤ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਕਾਲ ਦੇ ਅੰਦਰ ਸਿੱਖ ਧਰਮ ਦੇ ਜਿੰਨੇ ਵੀ ਵੱਡੇ ਤੋਂ ਵੱਡੇ ਕਾਰਜ ਵੇਖ ਲਈਏ, ਜਿੰਨਾ ਵੀ ਸਿੱਖੀ ਦਾ ਵਿਕਾਸ ਹੋਇਆ ਨਾ, ਕੁਝ ਵੀ ਜੇ ਨਵੀਂ ਪ੍ਰਥਾ ਆਰੰਭ ਹੋਈ ਹੈ ਤੇ ਉਸ ਦੇ ਅੰਦਰ ਸਭ ਤੋਂ ਵੱਧ ਪਹਿਲੇ ਨੰਬਰ ਤੇ ਜੇ ਸ਼ਮੂਲੀਅਤ ਹੁੰਦੀ ਰਹੀ ਹੈ ਗੁਰਸਿੱਖਾਂ ਦੇ ਵਿੱਚੋਂ ਤੇ ਬਾਬਾ ਬੁੱਢਾ ਸਾਹਿਬ ਜੀ ਦੀ। ਤਾਂ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਿੰਸੀਪਲ ਜੀ ਨੇ ਕਿਹਾ ਕੁਤਬੀ ਸਤਾਰਾ ਖਿਆਲ ਕਰਨਾ। ਜਿੱਦਣ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਾਈ ਵਰਾਈ ਜੀ ਦੇ ਘਰ ਆਪਣੇ ਆਪ ਨੂੰ ਦਰਵਾਜ਼ੇ ਅੰਦਰ ਬੰਦ ਕਰ ਲੈਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲੈ ਕੇ ਉੱਥੇ ਪਹੁੰਚਦੇ ਨੇ ਤੇ ਸੰਗਤਾਂ ਨੂੰ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਦੇ ਜੇ ਦਰਸ਼ਨ ਕਰਨੇ ਆ ਤੇ ਗੁਰਬਾਣੀ ਦਾ ਕੀਰਤਨ ਕਰੋ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਨਾਲ ਬੜਾ ਪਿਆਰ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ। ਕੀਰਤਨ ਕੀਤਾ ਸੰਗਤ ਨੇ ਤੇ ਅੰਦਰੋਂ ਆਪ ਕਵਾੜ ਖੋਲ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਦਰਸ਼ਨ ਦਿਦਾਰੇ ਦਿੱਤੇ ਸਾਰੀਆਂ ਸੰਗਤਾਂ ਨੂੰ। ਜੇ ਤੀਸਰੇ ਪਾਤਸ਼ਾਹ ਦਾ ਵੇਲਾ ਆਇਆ, ਜਦੋਂ ਤੀਸਰੇ ਪਾਤਸ਼ਾਹ ਨੂੰ ਗੁਰਿਆਈ ਦੀ ਦਾਤ ਮਿਲੀ, ਬਾਬਾ ਦਾਤੂ ਜੀ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਪੈਰ ਦੇ ਨਾਲ ਠੁੱਡ ਵੀ ਮਾਰ ਦਿੱਤਾ ਤੇ ਤੀਸਰੇ ਪਾਤਸ਼ਾਹ ਜੀ ਨੇ ਵੇਲੇ ਨੂੰ ਵੇਖਦਿਆਂ ਹੋਇਆਂ, ਵਕਤ ਵਿਚਾਰਦਿਆਂ ਹੋਇਆਂ ਤੀਸਰੇ ਪਾਤਸ਼ਾਹ ਆਪਣੇ ਪਿੰਡ ਬਾਸਰ ਕੇ ਆ ਗਏ। ਇੱਕ ਕਮਰੇ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਦਰਵਾਜ਼ੇ ਤੇ ਲਿਖਾ ਦਿੱਤਾ, ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਵੇ ਉਹ ਮੇਰਾ ਸਿੱਖ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਆਪਾਂ ਇਤਿਹਾਸ ਪੜ੍ਹਦੇ ਆ, ਜਾਣਦੇ ਆ ਕਿ ਕੰਧ ਨੂੰ ਪਿੱਛੋਂ ਪਾੜ ਕੇ ਸੰਨ ਲਗਾ ਕੇ ਅੰਦਰ ਗਏ, ਦਰਸ਼ਨ ਕੀਤੇ, ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਬੜੀਆਂ ਵਿਆਕੁਲ ਹੋਈਆਂ, ਆ ਕੇ ਦਰਸ਼ਨ ਦਿਦਾਰੇ ਬਖਸ਼ੋ। ਤੇ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਸੰਗਤਾਂ ਨੂੰ, ਉੱਥੇ ਨਾਲ ਹੀ ਇਹ ਵੀ ਬਚਨ ਉੱਥੇ ਕਰ ਦਿੱਤੇ ਕਿ ਬਾਬਾ ਬੁੱਢਾ ਸਾਹਿਬ ਇਹ ਕੋਈ ਆਮ ਗੁਰਸਿੱਖ ਨਹੀਂ ਹੈ, ਬਾਬਾ ਬੁੱਢਾ ਸਾਹਿਬ ਕੋਈ ਆਮ ਗੁਰਸਿੱਖ ਨਹੀਂ ਹੈ, ਇਹ ਤੇ ਇੱਕ ਬੋਹਿਥ ਦੇ ਵਾਂਗ ਹੈ, ਇਹ ਤੇ ਇੱਕ ਜਹਾਜ਼ ਦੇ ਵਾਂਗ ਹੈ ਜਿਸ ਦੇ ਆਸਰੇ ਸਾਰੀਆਂ ਹੀ ਸੰਗਤਾਂ ਦਾ ਪਾਰ ਉਤਾਰਾ ਹੋ ਜਾਂਦਾ। ਇਹ ਸੰਗਤ ਕੋ ਬੋਹਿਥ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਧ ਨਾ ਇਸ ਤੇ ਪਰੈ, ਨਾਮ ਲਏ ਗਣ ਬਿਗਣ ਸੁਹਰੈ। ਜਿਹੜਾ ਵੀ ਪਿਆਰ ਭਾਵਨਾ ਦੇ ਨਾਲ, ਸਤਿਕਾਰ ਸ਼ਰਧਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲੈਂਦਾ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਸਿਫਤੋ ਵਡਿਆਈ ਕਰਦਾ ਹੈ, ਉਹਦੇ ਵਿਗਣ, ਉਹਦੇ ਕਰੋੜਾਂ ਪਾਪ ਜਿਹੜੇ ਹਨ ਉਹ ਇੱਕ ਖਿੜ ਦੇ ਵਿੱਚ ਨਾਸ਼ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਇਹ ਬਚਨ ਕੀਤੇ ਹਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਜਦੋਂ ਵੀ ਕਦੇ ਐਸਾ ਸਮਾਂ ਬਣਿਆ, ਆਪ ਖਿਆਲ ਕਰੋ ਸਾਧ ਸੰਗਤ, ਜਿੱਦਣ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਰਸਮ ਗੁਰਿਆਈ ਦੀ ਨਿਭਾਉਂਦੇ ਹਨ ਬਾਬਾ ਬੁੱਢਾ ਸਾਹਿਬ ਜੀ। ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਖੁਦ ਮੱਥਾ ਟੇਕਿਆ ਤੇ ਦੂਜੇ ਨੰਬਰ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਟੇਕਿਆ। ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਤੇ ਉਸ ਸਮੇਂ ਭਾਵੇਂ ਕਿ ਗੁਰੂ ਪੁੱਤਰਾਂ ਨੇ ਵਿਰੋਧ ਕੀਤਾ,
ਪਰ ਉਥੇ ਸੰਗਤ ਨੇ ਇਹ ਵੇਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਜੇ ਤੀਸਰੇ ਪਾਤਸ਼ਾਹ ਦੇ ਚਰਨੀ ਪੈ ਗਏ ਹਨ ਤੇ ਇਹੀ ਸਾਡੇ ਗੁਰੂ ਹਨ। ਸਾਧ ਸੰਗਤ ਉਸ ਸਮੇਂ ਦੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਮੁਖ ਵੇਖਦੀਆਂ ਸਨ। ਇੰਨੀ ਮਹਾਨਤਾ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਮਹਾਨਤਾ ਦਾ ਸਿਖਰ ਤੇ ਉਦੋਂ ਹੋ ਜਾਂਦਾ ਹੈ ਜਦੋਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਾਮਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਸਰੂਪ ਤਿਆਰ ਕਰਦੇ ਹਨ। ਜਦੋਂ ਇਹ ਪਾਵਨ ਸਰੂਪ ਦੀ ਤਿਆਰੀ ਕਰਨੀ ਸੀ ਨਾ, ਤੇ ਇਹ ਸਰੂਪ ਦੀ ਤਿਆਰੀ ਕਰਨ ਤੋਂ ਪਹਿਲਾਂ ਇਤਿਹਾਸ ਲਿਖਦਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਦੋਵਾਂ ਗੁਰਸਿੱਖਾਂ ਨੂੰ ਆਪਣੇ ਕੋਲ ਬੁਲਾਇਆ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਗੁਰਦਾਸ ਜੀ ਤੁਸੀਂ ਵਿਦਵਾਨ ਪੁਰਸ਼ ਹੋ, ਅਸੀਂ ਇੱਕ ਕਾਰਜ ਕਰਨ ਲੱਗੇ ਆ ਕਿ ਸਾਰੀ ਬਾਣੀ ਇੱਕ ਥਾਂ ਇਕੱਠੀ ਲਿਖ ਕੇ ਇੱਕ ਗ੍ਰੰਥ ਤਿਆਰ ਕਰਨਾ। ਤੁਸੀਂ ਵਿਦਵਾਨ ਪੁਰਸ਼ ਹੋ, ਲਿਖਣ ਦੀ ਸੇਵਾ ਤੁਸੀਂ ਕਰਨੀ ਹੈ, ਲਿਖਾਵਾਂਗੇ ਅਸੀਂ, ਲਿਖੋਗੇ ਤੁਸੀਂ। ਭਾਈ ਗੁਰਦਾਸ ਜੀ ਕਹਿੰਦੇ 7 ਬਚਨ। ਤੇ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਗੁਰੂ ਪਾਤਸ਼ਾਹ ਮੇਰੇ ਵਾਸਤੇ ਕੀ ਹੁਕਮ ਹੈ। ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇਖੋ ਗੁਰੂ ਪਾਤਸ਼ਾਹ ਦੀ ਨਿਗਾਹ ਦੇ ਅੰਦਰ, ਗੁਰੂ ਘਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਦਾ ਕਿੰਨਾ ਸਤਿਕਾਰ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਬਾਬਾ ਜੀ ਜਿਹੜਾ ਅਸੀਂ ਕਾਰਜ ਕਰਨ ਲੱਗੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦਾ, ਇਸ ਕਾਰਜ ਵਾਸਤੇ ਸਾਨੂੰ 2 ਚੀਜ਼ਾਂ ਚਾਹੀਦੀਆਂ ਨੇ। ਇੱਕ ਹੈ ਸਮਾਂ ਬਹੁਤ ਲੱਗੇਗਾ ਇਸ ਕਾਰਜ ਨੂੰ। ਦੂਜਾ ਹੈ ਸਾਨੂੰ ਇਕਾਂਤ ਚਾਹੀਦਾ ਹੈ, ਸਾਨੂੰ ਟਿਕਾ ਚਾਹੀਦਾ ਹੈ। ਇਸ ਵਾਸਤੇ ਅਸੀਂ ਬਹੁਤਾ ਲੰਮਾ ਸਮਾਂ ਜਿਹੜਾ ਗੁਰਬਾਣੀ ਦੀ ਸੰਪਾਦਨਾ ਨੂੰ ਦਵਾਂਗੇ ਉਹ ਅਸੀਂ ਗੁਰੂ ਕੀਆਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਉਂਦੀਆਂ ਉਹਨਾਂ ਨੂੰ ਮਿਲ ਨਹੀਂ ਸਕਦੇ, ਕਿਉਂਕਿ ਅਸੀਂ ਇਕਾਂਤ ਦੇ ਵਿੱਚ ਰਵਾਂਗੇ। ਇਸ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਜਿੰਮੇ ਇਹ ਸੇਵਾ ਆ, ਅੱਜ ਤੋਂ ਬਾਅਦ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਰਮਾਂ ਦੇ ਅੰਦਰ ਜਿਸ ਥਾਂ ਦੇ ਉੱਪਰ ਅਸੀਂ ਚੌਂਕੜਾ ਲਗਾ ਕੇ ਬੈਠਦੇ ਸਾਂ, ਆਉਣ ਵਾਲੀਆਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਸੁਣਦੇ ਸਾਂ, ਉਹਨਾਂ ਨੂੰ ਅਸੀਸਾਂ ਬਖਸ਼ਦੇ ਸਾਂ, ਉੱਥੇ ਜਿੰਨੀ ਸੇਵਾ ਹੋ ਰਹੀ ਹੈ ਉਸ ਸੇਵਾ ਦੀ ਦੇਖ ਰੇਖ ਅਸੀਂ ਕਰਦੇ ਸਾਂ। ਬਾਬਾ ਬੁੱਢਾ ਸਾਹਿਬ ਜੀ ਅੱਜ ਤੋਂ ਬਾਅਦ ਵਿੱਚ ਸਾਡੀ ਥਾਂ ਤੇ ਉੱਥੇ ਤੁਸੀਂ ਬੈਠੋਗੇ। ਵੇਖੋ ਕਿੰਨਾ ਸਤਿਕਾਰ ਗੁਰੂ ਪਾਤਸ਼ਾਹ ਦੀ ਨਿਗਾਹ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਦਾ। ਸੂਰਜ ਪ੍ਰਕਾਸ਼ ਦੇ ਬਚਨ ਹਨ ਕਾਰ ਤੋਰਬੋ ਸੰਸਰ ਕਰਨੀ, ਸਭ ਸੰਗਤ ਕੋ ਧੀਰਜ ਧਰਨੀ। ਬਾਬਾ ਬੁੱਢਾ ਸਾਹਿਬ ਜੀ ਉਹ ਕਾਰ ਕਰਦੀ ਹੈ ਪਾਤਸ਼ਾਹ ਕਿਹੜੀ, ਜਿਹੜੀ ਕਾਰ ਮੈਂ ਕਰਦਾ ਹਾਂ। ਮੇਰੀ ਥਾਂ ਤੇ ਬੈਠੋਗੇ। ਅੱਜ ਵੀ ਤੁਸੀਂ ਦਰਸ਼ਨ ਦਿਦਾਰੇ ਕਰਦੇ ਹੋ। ਬੇਰ ਬਾਬਾ ਬੁੱਢਾ ਸਾਹਿਬ ਜੀ ਥੜਾ ਉੱਥੇ ਸਾਧ ਸੰਗਤ ਜੀ ਸ਼ਿਸ਼ੋਭਤ ਹੈ ਪ੍ਰਕਰਮਾਂ ਦੇ ਅੰਦਰ, ਜਿੱਥੇ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠਦੇ ਸਨ। ਸਤਿਗੁਰਾਂ ਨੇ ਸਾਧ ਸੰਗਤ ਜੀ ਆਪਣੀ ਥਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਇਆ। ਤੇ ਫਿਰ ਜਿੱਦਣ ਗ੍ਰੰਥ ਦੀ ਤਿਆਰੀ ਹੋ ਜਾਂਦੀ ਹੈ, ਪ੍ਰਕਾਸ਼ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਗ੍ਹਾ ਦੀ ਚੋਣ ਪਹਿਲਾਂ ਹੀ ਕਰ ਲਈ ਜਾਂਦੀ ਹੈ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਤਿਆਰੀ ਪਹਿਲਾਂ ਕਰਵਾਈ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਅਦ ਵਿੱਚ ਕਰਵਾਈ ਹੈ। ਹੁਣ ਜਦੋਂ ਗ੍ਰੰਥ ਤਿਆਰ ਹੋ ਜਾਂਦਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਹਨ, ਮਨ 'ਚ ਵਿਚਾਰ ਕਰਦੇ ਨੇ ਕਿ ਗ੍ਰੰਥ ਤੇ ਤਿਆਰ ਹੋ ਗਿਆ, ਹੁਣ ਇਸ ਗ੍ਰੰਥ ਦੀ ਸੇਵਾ ਕੌਣ ਕਰੇ। ਬਚਨ ਹਨ ਸੂਰਜ ਪ੍ਰਕਾਸ਼ ਦੇ ਹਿਰਦੈ ਵਿਚਾਰ ਸ੍ਰੀ ਗੁਰ ਕਰੈ, ਗ੍ਰੰਥ ਟਹਿਲ ਕੀ ਕੌਣ ਸੋ ਧਰੈ, ਸੇਵਾ ਬਿਖੈ ਨਿਪੁੰਨ ਜੋ ਹੋਏ, ਕਰੀਏ ਇਹਾਂ ਸਥਾਪਨ ਸੋਏ। ਜਿਹੜਾ ਸੇਵਾ ਦੇ ਵਿੱਚ ਪੂਰਾ ਹੋਵੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗ੍ਰੰਥੀ ਦੇ ਰੂਪ ਦੇ ਵਿੱਚ ਬਿਠਾਇਆ ਜਾਵੇ। ਤੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰੇ ਸਿੱਖਾਂ ਵੱਲ ਨਿਗਾਹ ਮਾਰੀ ਹੈ ਤੇ ਇੱਕ ਸਾਧ ਸੰਗਤ ਜੀ ਤਸਵੀਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਆਈ। ਇੱਕ ਚਿਹਰਾ ਸਾਹਮਣੇ ਆਇਆ, ਉਹ ਕਿਹੜਾ ਹੈ? ਉਹ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ। ਪੰਜਵੇਂ ਪਾਤਸ਼ਾਹ ਕਹਿੰਦੇ ਸ੍ਰੀ ਨਾਨਕ ਕੋ ਦਰਸ਼ਨ ਕੀਨ, ਅਸ ਬੁੱਢਾ ਵਿੱਚ ਸੇਵ ਪ੍ਰਬੀਨ। ਕਿ ਬਾਬਾ ਬੁੱਢਾ ਸਾਹਿਬ ਜਿਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਪਾਤਸ਼ਾਹੀਆਂ ਦੇ ਦਰਸ਼ਨ ਦਿਦਾਰੇ ਕੀਤੇ ਹਨ, ਉਹ ਬਾਬਾ ਬੁੱਢਾ ਸਾਹਿਬ ਜੀ ਸੇਵਾ ਦੇ ਵਿੱਚ ਪੂਰੇ ਹਨ, ਸੇਵਾ ਦੇ ਵਿੱਚ ਨਿਪੁੰਨ ਹਨ। ਉਹਨਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਬਖਸ਼ੀ ਜਾਵੇ।
फिर साध संगत वेखो गुरु अर्जन देव सच्चे पातशाह जी ने जदों गुरु हरगोबिंद साहब सच्चे पातशाह जी का प्रकाश होया तो आप इतिहास पढ़ते हैं कि बाबा बुढ़ा साहब जी ने अरदास बेनती की तो फिर छेवें पातशाह जी की जिहड़ी मुढ़ली सिक्ख्या उन्हां दी पढ़ाई लिखाई भी है वो भी बाबा बुढ़ा साहब जी ने करवाई। इत्थों तक कि जिदन छेवें पातशाह के घर नौवें पातशाह का प्रकाश हुंदा है तो नौवें पातशाह के भी जिहड़े पहले दुनियावी उस्ताद हैं वो बाबा बुढ़ा साहब जी हैं। साध संगत आपां जिहड़ा दिहाड़ा मना रहे हैं ना इत्थे रमदास की पावन धरती ते हर साल आप संगतां जुड़दियां हो। साध संगत बेनती करा आपां अक्सर ही कह दिंदे आ कि ये सराधां दी चौथ दा आपां दिहाड़ा ये कोई सराधां दी चौथ नहीं। देखो सराधां दे नाल सिख दा गुरमत दा दूर दूर दा भी कोई रिश्ता नाता नहीं हैगा। सराधां दे नाल साडा कोई संबंध नहीं है। साध संगत ये जिहड़ा दिहाड़ा आपां मनाउने आ ना ये इस वास्ते मनाउने आ कि बाबा बुढ़ा साहिब जी की जीवन की यात्रा संपूर्ण हुई है ते मनाउने असीं इस वास्ते वेखो होर भी गुरसिख जिहड़े ने साध संगत उन्हां अपने जीवन की यात्रा पूरी करके गए ने पर बाबा बुढ़ा साहब जी के चलाने का यह दिहाड़ा इन्ने वड्डे पद्धर ते इस वास्ते मनाया जाता। इसकी खास विशेषता यह है कि जिदन बाबा बुढ़ा साहब जी का चलाना होया उस तो पहला मीरी पीरी दे मालिक गुरु हरगोबिंद साहब जी नूं याद किया ते गुरु हरगोबिंद साहब जी आन इत्थे हाजिर होए। किन्ना प्यार किन्ना सत्कार गुरु हरगोबिंद साहब जी की निगाह के अंदर है बाबा बुढ़ा साहब जी का। सतगुरु पातशाह जी इत्थे हाजिर होए। तप स्थान गुरुद्वारा साहब असीं दर्शन करते हैं। इतिहास दीआं लिखतां दे अनुसार साध संगत मीरी पीरी दे मालिक आके बाबा बुढ़ा साहब जी ने कहिंदे तुसीं गुरु पातशाहियां दे पहलियां पईयां दे दर्शन कीते सानूं इतिहास सुणाओ ते कहिंदे सारी रात बाबा बुढ़ा साहब जी सुणाउंदे रहे ते छेवें पातशाह सुणदे रहे। साध संगत सो ये बाबा बुढ़ा साहब जी की वडियाई है ये उन्हां दी कमाई है। साध संगत तां ही करके जदों बाबा बुढ़ा साहब जी की चिखा भी तैयार की गई सी संस्कार तो पहला ते इतिहास कहंदा चिखा उपर जब धरी साहिब बुढ़े दे हरगोबिंद के नैन ते चलियो नीर असने। गुरु हरगोबिंद साहब सच्चे पातशाह जी दियां अखां दे विच उस समय जल आ गया सी। ओ गुरु हरगोबिंद साहब सच्चे पातशाह जिन्हां दे साध संगत जी एक हफ्ते दे विच उन्हां दे बाल परिवार रिश्तेदारी दे अंदर 5 मौतां होईयां सन पर अखां दे विच एक हंझू नहीं सी। पर जिदन बाबा बुढ़ा साहब जी की मृतक देह की चिखा चिनी उस समय अखां दे विच हंझू सी। वो क्यों हंझू सी? वो हंझू जिहड़ा आ अखां दे विच जल है वो बाबा बुढ़ा साहब जी की कमाई बाबा बुढ़ा साहब जी की बंदगी के वास्ते सत्कार है। वो बाबा बुढ़ा साहब जी की इज्जत है जिहड़ी साध संगत जी उन्होंने 125 साल की अपने जीवन की कमाई की है। तां करके छेवें पातशाह दीयां अखां जिहड़ियां प्यार दे नाल भर आईयां सन। उस कमाई नूं सिजदा करन वास्ते असीं साध संगत जी हर साल इत्थे हाज़रियां भरदे हां। कौम की बहुत ही सत्कारयोग शख्सियत सिंह साहिब ज्ञानी मलकीत सिंह जी हैड ग्रंथी तख्त श्री अकाल तख्त साहिब वो भी पहुँच चुके हैं। उन्होंने आप संगतां नूं गुर इतिहास के नाल जोड़ना है। साध संगत एक बेनती करके आप संगतां दे कोलों खिमा मंगा। कल नूं साध संगत जी इसे ही पावन अस्थान ते खंडे बाटे की पहल तैयार होनी है। 5 प्यारे सहबान श्री अकाल तख्त साहिब तो पहुँच रहे हैं। अमृत का बाटा तैयार होना जिन्हां ने खंडे बाटे की पहल की दात लई है उन्हां दे चरनां ते नमस्कार है। पर जेड़े अजे भी वांझे हैं साध संगत वेखो असीं बाबा बुढ़ा साहब जी के दर ते आके बड़ा कुछ मंगते हैं सानू मिलता भी है। एक ये भी अरदास करिए कि पातशाह अजे तक गुरु के जहाजे नहीं चढ़े हैं। बाबा बुढ़ा साहब जी कर दो कृपा असीं गुरु के जहाजे तुहाडे दर ते आके चढ़ जाइए तो फिर तुहाडे वांग साडी भी जिहड़ी है वो केसां सवासां दे नाल निभ जावे। बहुत बहुत धन्नवाद आप जी सारियां संगतां दा। कोटान कोट शुकराना धन सतगुरु श्री गुरु ग्रंथ साहिब सच्चे पातशाह जी दा। पुल चुक दी खिमा फतेह सांझी करो। आखो जी वाहिगुरु जी का खालसा वाहिगुरु जी की